ਆਪ ਤਿਆਗੀ ਸਨ। ਆਪ ਤਿਆਗੀ ਸਨ, ਪਰ ਉਹਨਾਂ ਦੇ ਹੱਥ ਦੇ ਉੱਤੇ ਤਿੰਨਾਂ ਲੋਕਾਂ ਦੀ ਮਾਇਆ ਸੀ। ਭਗਤਾਂ ਨੇ ਵੀ ਤਿਆਗ ਕੀਤਾ, ਬਾਬਾ ਰਵਿਦਾਸ ਜੀ ਨੇ ਵੀ ਤਿਆਗ ਕੀਤਾ, ਕਬੀਰ ਸਾਹਿਬ ਜੀ ਨੇ ਵੀ ਤਿਆਗ ਕੀਤਾ ਮਾਇਆ ਦਾ। ਕਹਿੰਦੇ ਇੱਕ ਸੁੰਦਰ ਰੂਪ ਧਾਰ ਕੇ, ਲੜਕੀ ਦਾ ਰੂਪ ਧਾਰ ਕੇ ਡੇਰੇ ਵਿੱਚ ਆ ਗਈ। ਕਬੀਰ ਸਾਹਿਬ ਜੀ ਨੇ ਉਹਨੂੰ ਪਕੜ ਕੇ ਨੱਕ ਕੱਟ ਦਿੱਤਾ, ਨਾਲੇ ਕੰਨ ਕੱਟ ਦਿੱਤੇ। ਬਾਬਾ ਜੀ ਇਹ ਕੀ ਕੀਤਾ ਤੁਸੀਂ? ਇਹ ਵਿਚਾਰੀ ਨਮਸਕਾਰ ਕਰਨ ਆਈ ਸੀ, ਤੁਸੀਂ ਇਹ ਕੀ ਕੀਤਾ? ਬਾਬਾ ਜੀ ਕਹਿੰਦੇ ਲੜਕੀ ਨਹੀਂ ਹੈ, ਇਹ ਮਾਇਆ ਹੈ, ਸਾਨੂੰ ਛਲਣ ਵਾਸਤੇ ਆਈ ਸੀ। ਨਾਕੋਂ ਕਾਟੀ ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਵੈਰਨ, ਤੀਨ ਲੋਕ ਕੀ ਪਿਆਰੀ। ਸਾਡੀ ਤਾਂ ਵੈਰਨ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਪਣੇ ਸੱਜੇ ਹੱਥ ਦੇ ਉੱਤੇ ਤਿੰਨਾਂ ਲੋਕਾਂ ਦੀ ਮਾਇਆ ਰੱਖੀ ਹੋਈ ਸੀ, ਕਿਉਂਕਿ ਪਹਿਲਾ ਜਾਦੂ ਹੁਸਨ ਹੈ, ਦੂਜਾ ਜਾਦੂ ਰਾਗ, ਤੀਜਾ ਜਾਦੂ ਕਿਹੜਾ ਹੈ? ਲక్ష్ਮੀ। ਇਹ ਲక్ష్ਮੀ ਮਹਾਰਾਜ ਜੀ ਦੇ ਆਪਣੀ ਤਲੀ ਦੇ ਉੱਤੇ ਰੱਖੀ ਹੋਈ ਸੀ। ਚੌਥਾ ਜਾਦੂ ਭਾਗ, ਅਵਤਾਰ ਬਣ ਕੇ ਆਏ ਸੇ ਯੁੱਗ ਦੇ, ਐਵੇਂ ਲੋਕਾਂ ਤੇ ਪ੍ਰਭਾਵ ਨਹੀਂ ਸੀ ਪੈਂਦਾ। ਬੰਦੇ ਦੇ ਬੋਲਣ ਵਾਲੇ ਤੇ ਮੁਖ ਤੇ ਭਾਗ ਹੀ ਨਾ ਹੋਵੇ ਤੇ ਉਹ ਕੀ ਲੋਕਾਂ ਨੂੰ ਪ੍ਰੇਰੇਗਾ? ਮਹਾਰਾਜ ਜੀ ਨੇ ਐਸੇ ਵਚਨ ਕਰਕੇ ਲੋਕਾਂ ਨੂੰ ਪ੍ਰੇਰਿਆ ਤੇ ਸ਼ਬਦਾਂ ਦੇ ਨਾਲ ਜੋੜਿਆ। ਸ਼ਬਦ ਐਸੇ ਪੜ੍ਹਦੇ ਜਿਹੜੇ ਮਨ ਨੂੰ ਖਿੱਚ ਪੈਂਦੀ। ਉਹ ਤੈਂ ਤਾਂ ਜੋਗੀਆ ਜੁਗੀਤੀ ਨਹੀਂ ਜਾਣੀ, ਛੱਡ ਬੈਠਾ ਘਰ-ਵਾਰ ਨੂੰ। ਤੈਂ ਤਾਂ ਜੋਗੀਆ ਜੁਗੀਤੀ ਨਹੀਂ ਜਾਣੀ, ਛੱਡ ਬੈਠਾ ਘਰ-ਵਾਰ ਨੂੰ। ਉਹ ਤੈਂ ਤਾਂ ਜੋਗੀਆ ਜੁਗਤੀ ਨਹੀਂ ਜਾਣੀ, ਤੈਂ ਤਾਂ ਜੋਗੀਆ ਜੁਗਤੀ ਨਹੀਂ ਜਾਣੀ। जोग न पाया जुगत गवाई, कित कारिन सिर शाई पाई। ਰਾਕ ਬਗਦਾਦ ਦੇ ਲੋਕ ਪੀਰ ਦੇ ਨਾਲ ਆ ਕੇ ਮਹਾਰਾਜ ਜੀ ਦੇ ਰੋੜੇ ਮਾਰਨ ਲੱਗੇ ਨੇ, ਪਰ ਰੋੜੇ ਮਾਰਨ ਦੀ ਕਿੱਥੇ ਜ਼ਰੂਰਤ ਸੀ? ਮਹਾਰਾਜ ਜੀ ਅੰਤ ਕਲਾਂ ਲੈ ਕੇ ਆਏ ਸੀ, ਪੇਸ ਨਹੀਂ ਗਈ। ਆ ਕੇ ਲੋਹਾ ਲਾਖਾ ਹੋ ਕੇ ਪੀਰ ਜੀ ਕਹਿਣ ਲੱਗਿਆ, ਤੁਸੀਂ ਸਾਡੇ ਦੇਸ਼ ਵਿੱਚ ਆ ਕੇ ਮਨਾਹੀ ਕੀਤੀ ਹੈ। ਕੀ ਕੀਤਾ ਹੈ? ਤੁਸੀਂ ਉੱਚੋਂ ਉੱਚੋਂ ਆਵਾਜ਼ਾਂ ਵਿੱਚ ਸ਼ਬਦ ਪੜ੍ਹੇ ਨੇ, ਰਾਗ ਵਜਾਇਆ, ਰਬਾਬ ਵਜਾਈ ਹੈ, ਇੱਥੇ ਮਨਾਹੀ ਹੈ, ਤੁਸੀਂ ਦੋਸ਼ੀ ਹੋ। ਇਹਦੇ ਵੱਜਣ ਦੇ ਨਾਲ, ਸਾਜ਼ ਵੱਜਣ ਦੇ ਨਾਲ ਮਨ ਚੰਚਲ ਹੁੰਦਾ ਹੈ। ਗੁਰੂ ਜੀ ਕਹਿੰਦੇ ਇਹਦੇ ਨਾਲ ਨਹੀਂ ਚੰਚਲ ਹੁੰਦਾ, ਇਹਦੇ ਨਾਲ ਤਾਂ ਮੋਮ ਵਾਂਗੂ ਮਨ ਟਲਦਾ ਹੈ। ਮੁਸਲਮਾਨ ਮੋਮ ਦਿਲ ਹੋਵੇ। ਜਦੋਂ ਸਾਜ਼ ਦੇ ਉੱਤੇ ਬਾਣੀ ਗਾਇਨ ਕੀਤੀ ਜਾਂਦੀ ਹੈ ਤੇ ਅੱਲਾ ਦਾ ਨਾਮ ਲਿਆ ਜਾਂਦਾ ਹੈ, ਮਹਾਰਾਜ ਜੀ ਕਹਿੰਦੇ ਜਿਹੜਾ ਮੁਸਲਮਾਨ ਹੈ ਨਾ, ਉਹਦਾ ਮਨ ਮੋਮ ਵਾਂਗੂ ਢਲ ਜਾਂਦਾ। ਤੁਸੀਂ ਮੁਸਲਮਾਨ ਹੀ ਨਹੀਂ ਹੋ। ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੇ। ਮਹਾਰਾਜ ਜੀ ਨੇ ਵਚਨ ਕੀਤੇ ਨੇ, ਮੁਸਲਮਾਨ ਦੇ ਕੈਸੇ ਲੱਛਣ ਹੋਣੇ ਚਾਹੀਦੇ ਹਨ। ਹੱਕ ਪਰਾਇਆ ਨਾਨਕਾ ਉਸ ਸੁਅਰੀ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾ ਮਰਦਾਰ ਨਾ ਖਾਏ।
ਗੱਲੀ ਪਿਸਤ ਨਾ ਜਾਈਏ, ਛੁੱਟੈ ਸੱਚ ਕਮਾਏ। ਮੁਸਲਮਾਨ ਦਾ ਕੰਮ ਹੈ 5 ਵਕਤ ਨਮਾਜ਼ ਗੁਜ਼ਾਰੇ, ਪਰ ਤੁਸੀਂ ਮੁਸਲਮਾਨ ਨਹੀਂ, ਕਦੇ ਨਮਾਜ਼ ਪੜ੍ਹੀ ਹੈ 5 ਵਕਤ? ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਿਸੇ ਦੀ ਨਿੰਦਿਆ ਨਹੀਂ ਕੀਤੀ, ਪਰ ਸਿਰਫ ਉਹਨਾਂ ਨੂੰ ਰਸਤੇ ਪਾਇਆ। ਬਾਬਾ ਫਰੀਦ ਸਾਹਿਬ ਜੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਨੇ, ਉਹਨਾਂ ਨੇ ਵੀ ਵਚਨ ਕੀਤਾ ਆ ਬੇਨਵਾਜ਼ਾ ਕੁੱਤਿਆ। ਕੈਸਾ ਵਚਨ ਕੀਤਾ? ਜਿਹੜਾ ਚੱਲ ਕੇ 5 ਵਕਤ ਨਮਾਜ਼ ਨਹੀਂ ਨਾ ਕਰਦਾ, ਕਹਿੰਦੇ ਤੇਰਾ ਜੀਵਨ ਕੁੱਤੇ ਨਾਲੋਂ ਵੀ ਭੈੜਾ ਹੈ। ਸ਼ਬਦ ਤਾਂ ਉਹੀ ਹੈ। ਇੱਕ ਪਾਸੇ ਮਹਾਰਾਜ ਜੀ ਕਹਿੰਦੇ ਨੇ ਹਮ ਕੂਕਰ ਤੇਰੇ ਦਰਬਾਰ, ਭੌਂਕੇ ਆਗੇ ਬਾਦਨ ਪਸਾਰ ਤੇਰੇ ਦਰ ਦੇ ਕੂਕਰਾਂ। ਇੱਕ ਬੈਸਨੋ ਕੀ ਕੂਕਰ ਭਲੀ ਸਾਖਤ ਕੀ ਬੁਰੀ ਮਾਏ, ਸੰਤਾਂ ਦੇ ਚਰਨਾਂ ਵਿੱਚ ਕੁੱਤੀ ਬੈਠੀ ਹੈ ਕੂਕਰ, ਕਹਿੰਦੇ ਉਹ ਵੀ ਚੰਗੀ ਹੈ। ਇੱਕ ਪਾਸੇ ਕਹਿੰਦੇ ਨੇ ਬੇਨਵਾਜ਼ਾ ਕੁੱਤਿਆ, ਕਿੱਡਾ ਕਰੜਾ ਵਚਨ ਕਿਹਾ ਬਾਬਾ ਜੀ ਨੇ। ਕਹਿੰਦੇ ਜੇ ਤੂੰ 5 ਵਕਤ ਚੱਲ ਕੇ ਨਮਾਜ਼ ਨਹੀਂ ਨਾ ਪੜ੍ਹਦਾ, ਤੇਰੀ ਰੀਤ ਚੰਗੀ ਨਹੀਂ। 5 ਵਕਤ ਨਮਾਜ਼ ਗੁਜ਼ਾਰੇ, ਪੜ੍ਹੇ ਕੁਤੇਬ ਕੁਰਾਨਾ। ਇਧਰ ਬਾਬਾ ਜੀ ਕਹਿੰਦੇ ਬੇਨਵਾਜ਼ਾ ਕੁੱਤਿਆ, ਇਹ ਨਾ ਭਲੀ ਰੀਤ ਕਵੀ ਹੀ ਚੱਲਣਾ ਆਇਆ। 5 ਵਕਤ ਮਸੀਤ। ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਨੇ ਪੀਰ ਜੀ ਨੂੰ? ਉਹ ਜੇ ਤੂੰ ਸੱਚ ਦੀ ਨਿਵਾਜ ਗੁਜ਼ਾਰੇ, ਸਿੱਧਾ ਜਮੇ ਪਿਸਤਾਨੋ। ਜੇ ਤੂੰ ਸੱਚ ਦੀ ਨਿਵਾਜ ਗੁਜ਼ਾਰੇ, ਸਿੱਧਾ ਜਮੇ ਪਿਸਤਾਨੋ। ਜੇ ਤੂੰ ਸੱਚ ਦੀ ਨਿਵਾਜ ਗੁਜ਼ਾਰੇ, ਜੇ ਤੂੰ ਸੱਚ ਦੀ ਨਿਵਾਜ ਗੁਜ਼ਾਰੇ, ਗੱਲੀ ਪਿਸਤ ਨਾ ਜਾਈਐ, ਛੁੱਟੈ ਸੱਚ ਕਮਾਏ। ਮਹਾਰਾਜ ਜੀ ਕਹਿੰਦੇ ਹਾਂ ਦੱਸੋ ਮਹਾਰਾਜ ਜੀ ਕੀ ਗੱਲ ਹੈ? ਕਹਿੰਦੇ ਤੁਸੀਂ ਉਲੰਘਣਾ ਕੀਤੀ ਹੈ। ਫਿਰ ਤੁਸੀਂ ਇੱਕ ਵਚਨ ਕੀਤਾ ਆਪਣੀਆਂ ਕਲਮਾਂ ਵਿੱਚ 7 ਪਤਾਲ ਤੇ 7 ਆਕਾਸ਼ ਨੇ। ਕੌਣ ਕਹਿੰਦਾ? ਗੁਰੂ ਨਾਨਕ ਦੇਵ ਜੀ ਕਹਿੰਦੇ ਤੂੰ ਪਹੁੰਚੇ ਹੀ ਉੱਥੇ ਤੱਕ ਹੈ, ਅੱਗੇ ਨਹੀਂ ਗਿਆ। ਤੂੰ ਪਹੁੰਚੇ ਹੀ ਉੱਥੇ ਤੱਕ ਹੈ, ਤੇਰੀ ਪਹੁੰਚ ਹੀ ਉੱਥੇ ਤੱਕ ਹੈ, ਤੂੰ ਅੱਗੇ ਗਿਆ ਹੀ ਨਹੀਂ। ਪਤਾਲ ਇੰਨੇ ਨੇ। ਕੌਣ ਕਹਿੰਦਾ? ਮੈਨੂੰ ਵਿਖਾਓ। ਗੁਰੂ ਨਾਨਕ ਦੇਵ ਜੀ ਕਹਿੰਦੇ ਚਲੋ ਸਾਡੇ ਨਾਲ। ਚੇਲੇ ਨੂੰ ਭੇਜ ਦਿੱਤਾ, ਮਹਾਰਾਜ ਜੀ ਦੇ ਨਾਲ ਨੇਤਰਬੰਦ ਕਰੇ ਤੇ ਲੱਖ ਆਗਾਸ ਪਤਾਲਾਂ ਦੀ ਸੈਰ ਕਰਾਈ ਤੇ ਥੱਕ ਗਏ ਨੇ। ਇਹ ਵੀ ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਚੇਲੇ ਨੂੰ ਲੈ ਕੇ ਚੱਲੇ 2 ਸਾਲ ਬਤੀਤ ਹੋ ਗਏ ਸੀ। ਉਧਰ ਪੀਰ ਜੀ ਉਡੀਕ ਕਰ ਰਹੇ ਨੇ, 10-20 ਮਿੰਟਾਂ ਦੀ ਗੱਲ ਹੈ। ਇਹ ਝੂਠ ਵੱਢਣ ਵਾਲੀ ਗੱਲ ਹੈ, ਕਿਉਂਕਿ ਹਰਨ ਭਰਨ ਜਾਂ ਕਾ ਨੇਤਰ ਫੋਰ ਇੱਕ ਪਾਸੇ 5 ਵਰ੍ਹਾ ਬਤੀਤ ਹੁੰਦਾ ਤੇ ਬਰਮਾ ਜੀ ਦਾ ਇੱਕੋ ਹੀ ਦਿਨ ਬਣਦਾ। 5000 ਵਰ੍ਹਾ ਬਤੀਤ ਹੋ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਉਹਦਾ ਇੱਕੋ ਹੀ ਦਿਨ ਬਣਦਾ। ਇਸ ਹਿਸਾਬ ਦੇ ਨਾਲ ਬਰਮਾ ਜੀ ਦੀ 100 ਸਾਲ ਦੀ ਉਮਰ ਹੈ ਤੇ ਇੱਕ ਪਾਸੇ ਯੁੱਗ ਬਤੀਤ ਹੋ ਜਾਂਦੇ ਨੇ ਤੇ ਸਾਧ ਸੰਗਤ ਜੀ ਬਰਮਾ ਜੀ ਦਾ ਫੇਰ ਕਹਿੰਦੇ
100 ਸਾਲ ਤਕਰੀਬਨ ਬਣਦਾ ਹੈ, ਕਿਧਰੇ ਯੁੱਗਾਂ ਦੇ ਯੁੱਗ ਬਤੀਤ ਹੋ ਜਾਂਦੇ ਨੇ। ਨਾਲ ਇਹ ਵੀ ਦੱਸਿਆ ਹਰਨ ਭਰਨ ਜਾਂ ਕਾ ਨੇਤਰ ਫੋਰ, ਇੱਕ ਪਾਸੇ ਯੁੱਗ ਬਤੀਤ ਹੋ ਜਾਂਦਾ ਤੇ ਉਹਦੀ ਅੱਖ ਦੀ ਫੁਰਤੀ ਹੈ, ਪਰ ਤਿਸ ਕਾ ਮੰਤਰ ਨਾ ਜਾਣਾ ਹੋਰ। ਇਹ ਮੰਤਰ ਭਗਵਾਨ ਨੇ ਆਪਣੇ ਪਾਸ ਹੀ ਰੱਖਿਆ, ਨਹੀਂ ਤਾਂ ਲੋਕ ਸ਼ਰੀਕ ਬਣ ਕੇ ਬਹਿ ਜਾਂਦੇ ਆ। ਕਹਿੰਦੇ ਉਧਰ ਅੜੀਕ ਕਰ ਰਹੇ ਨੇ ਤੇ ਉਧਰ ਸਾਲਾਂ ਦੇ ਸਾਲ ਬੀਤ ਗਏ। ਥੱਕ ਗਿਆ ਚੇਲਾ, ਚਲੋ ਮਹਾਰਾਜ ਮੇਰਾ ਪੀਰ ਪਹੁੰਚੇ ਹੀ ਇੱਥੇ ਤੱਕ ਸੀ, ਪਤਾਲ ਤਾਂ ਇੰਨੇ ਹੀ ਨੇ। ਹੁਣ ਇੱਕ ਹੋਰ ਗੱਲ ਕਹਿ ਦੇਵਾਂ ਕਿ ਗੁਰੂ ਨਾਨਕ ਦੇਵ ਜੀ ਨੇ ਲੱਖ ਤੱਕ ਕਲਮ ਬੰਦ ਕੀਤੀ ਹੈ, ਪਰ ਅੱਗੇ ਐਂ ਕਹਿ ਦਿੱਤਾ ਓੜ ਕੋੜ ਕਪਾਲ ਥੱਕਿਆ ਜੇ ਵੀ ਕੋਈ ਪਤਾ ਨਹੀਂ। ਉੱਥੋਂ ਵਾਪਸ ਆ ਗਏ ਨੇ, ਪੀਰ ਦੇ ਚੇਲੇ ਨੇ ਦੱਸਿਆ ਮਹਾਰਾਜ ਆਕਾਸ਼ ਤੇ ਪਤਾਲ ਤਾਂ ਇੰਨੇ ਨੇ, ਅਜੇ ਵੀ ਕੋਈ ਪਤਾ ਨਹੀਂ ਲੱਗਿਆ, ਮੈਂ ਤਾਂ ਬੇਨਤੀ ਕਰਕੇ ਵਾਪਸ ਹੋਇਆ। ਫੇਰ ਉਹਦੀ ਨਿਸ਼ਚਾ ਹੋਈ ਸੀ। ਗੁਰੂ ਨਾਨਕ ਦੇਵ ਜੀ ਕਹਿੰਦੇ ਅੱਗੇ ਵੀ ਅਜੇ ਕੋਈ ਪਤਾ ਨਹੀਂ ਕਿੱਥੇ ਕੁ ਤੱਕ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਦੀ ਗਿਣਤੀ ਕਰੋੜ ਤੱਕ ਕੀਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 10ਵੇਂ ਗ੍ਰੰਥ ਵਿੱਚ ਕਰੋੜ ਦੀ ਗਿਣਤੀ ਕੀਤੀ ਹੈ ਕਿ ਆਕਾਸ਼ ਤੇ ਪਤਾਲ ਕਰੋੜ ਤੋਂ ਵੀ ਵੱਧ ਨੇ। ਉਹ ਕਿਵੇਂ? ਪਾਰ ਬ੍ਰਹਮ ਕੀ ਦੇਹ ਮੋ ਕੋਟਿਕ ਵਿਸ਼ਨ ਮਹੇਸ਼। ਪਾਰ ਬ੍ਰਹਮ ਨੇ, ਪਤੀ ਪ੍ਰਮਾਤਮਾ ਨੇ ਆਪਣੀ ਦੇਹ ਦੇ ਵਿੱਚੋਂ ਕਰੋੜਾਂ ਹੀ ਸ਼ਿਵ ਜੀ ਪੈਦਾ ਕੀਤੇ ਨੇ, ਕਰੋੜਾਂ ਹੀ ਬਰਮਾ ਕੀਤੇ ਨੇ, ਉਹ ਇੱਕ ਮੰਡਲ ਵਿੱਚ ਨਹੀਂ ਹਨ। ਜੇ ਕਰੋੜਾਂ ਸਾਧ ਸੰਗਤ ਜੀ ਆਕਾਸ਼ ਤੇ ਪਤਾਲ ਨੇ, ਕਿਉਂਕਿ ਓੜ ਕੋੜ ਮਹਾਰਾਜ ਜੀ ਨੇ ਕਲਮ ਇੱਥੇ ਬੰਦ ਕਰ ਦਿੱਤੀ, ਅੱਗੇ ਕੋਈ ਪਤਾ ਨਹੀਂ, ਇੱਥੇ ਤੱਕ ਤਾਂ ਮੈਂ ਜਾ ਆਇਆ। ਪ੍ਰਸ਼ਾਦ ਲੈ ਕੇ ਆਏ ਮਹਾਰਾਜ ਜੀ 7ਵੇਂ ਪਤਾਲ ਵਿੱਚੋਂ, ਜਿਹੜਾ ਪ੍ਰਸ਼ਾਦ ਛਕਦੇ ਆ ਇਹ ਸਾਡੀ ਬਣਾਵਟ ਨਹੀਂ, ਇਹ 7ਵੇਂ ਪਤਾਲ ਵਿੱਚ ਗੁਰੂ ਨਾਨਕ ਦੇਵ ਜੀ ਲੈ ਕੇ ਆਏ ਸੀ। ਗੁਰੂ ਨਾਨਕ ਦੇਵ ਜੀ ਨੇ ਬਹੁਤਾ ਸਮਾਂ ਚੱਕਰ ਲਾਇਆ। ਗੁਰੂ ਪਿਆਰੇ 20 ਮਿੰਟ ਬਾਕੀ ਨੇ, 8:30 ਵਜੇ ਤੱਕ ਟਾਈਮ ਹੈ 10 ਦਾ, ਮੈਂ ਸਾਖੀ ਪੂਰੀ ਕਰ ਸਕਾਂ। ਸੰਖੇਪ ਹੀ ਬੋਲਾਂ। ਗੁਰੂ ਪਿਆਰੇ ਸਾਡੇ 2 ਜਥੇ ਪਹੁੰਚ ਚੁੱਕੇ ਨੇ, ਉਹਨਾਂ ਤੋਂ ਵੀ ਲਾਹਾ ਲੈਣਾ, ਤੇ ਅਸੀਂ ਤੁਹਾਡੇ ਨਗਰ ਵਿੱਚ ਰੋਜ਼ ਹੀ ਦਰਸ਼ਨ ਕਰਦੇ ਹਾਂ ਤੁਹਾਡੀ ਸੰਗਤ ਦੇ। ਸਤ ਸੰਗੀਓ, ਦੱਸਿਆ ਜਾਂਦਾ ਗੁਰੂ ਨਾਨਕ ਦੇਵ ਜੀ ਬੇਬੇ ਨਾਨਕੀ ਦੇ ਘਰ ਆਪਣੇ ਨਗਰ ਭੂਮੀ ਤੋਂ ਜ਼ਿਆਦਾ ਟਾਈਮ ਕੱਟਿਆ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਨਗਰੀ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਵਿੱਚ ਰਹਿਣਾ ਕਰ ਲਿਆ, ਇੱਕ ਮੁਸਲਮਾਨ ਪੀਰ ਸੀ ਜਿਹੜਾ ਖੁਦਾ ਖੁਦਾ ਕਰਦਾ ਸੀ। 100 ਸਾਲ ਬਤੀਤ ਹੋ ਗਿਆ ਸੀ ਉਹਦਾ ਬੰਦਗੀ ਕਰਦਿਆਂ। ਸਤ ਸੰਗੀਓ, ਉਹਦੇ ਕੋਲੇ ਬੜੀ ਸੰਗਤ ਜਾਂਦੀ ਸੀ, ਪਰ ਜਿਸ ਦਿਨ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੇ ਪਹੁੰਚ ਗਏ ਨਾ, ਉਹਦੇ ਕੋਲੇ ਸੰਗਤ ਜਾਣੀ ਬੰਦ ਹੋ ਗਈ। ਪੁੱਛਦਾ ਹੈ ਬਈ ਕੀ ਗੱਲ ਹੈ, ਸੰਗਤ ਆਉਣੀ ਕਿਉਂ ਬੰਦ ਹੋ ਗਈ, ਸੰਗਤ ਕਿਉਂ ਘਟ ਗਈ? ਇੱਕ ਗੁਰਮੁਖ ਨੇ ਦੱਸਿਆ, ਬਾਬਾ ਜੀ ਉਰੇ ਹਿੰਦੂਆਂ ਦਾ ਗੁਰਪੀਰ ਆਇਆ ਜਿਸ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਕਲਯੁਗ ਦੇ ਅਵਤਾਰ। ਸੰਗਤ ਦਾ ਉਹਦੇ ਪਾਸ ਜਾਣ ਲੱਗ ਪਈ ਹੈ। ਪੀਰ ਲੋਹਾ ਲਾਖਾ ਹੋ ਗਿਆ, ਕਹਿੰਦਾ ਜੇ ਕਿਤੇ ਮੈਨੂੰ ਮਿਲ ਜਾਵੇ ਗੁਰੂ ਨਾਨਕ ਦੇਵ ਜੀ, ਮੈਂ ਗੱਲ ਕਰ ਲਵਾਂ। ਉਹ ਕੱਲ ਦਾ ਬੱਚਾ ਤੇ ਮੇਰੀ 100 ਸਾਲ ਸਾਰੀ ਜ਼ਿੰਦਗੀ ਲੰਘ ਗਈ ਹੈ ਸਿਮਰਨ ਕਰਦਿਆਂ, ਭਗਤੀ ਕਰਦਿਆਂ। ਭਗਤ ਤਾਂ ਬਹੁਤ ਨੇ, ਪਰ ਭਗਤ ਕੌਣ ਨੇ? ਭਗਤ ਤੇਰੇ ਮਨ ਭਾਵਦੇ ਦਰ ਸੋਹੇ ਨ ਕੀਰਤ ਗਾਮਦੇ। ਬਗਲਾ ਵੀ ਭਗਤ ਹੈ, ਉਹਦੇ ਵੀ ਚਿੱਟੇ ਕੱਪੜ ਪਾਏ ਨੇ। ਮਹਾਰਾਜ ਜੀ ਕਹਿੰਦੇ ਤੇਰੇ ਮਨ ਭਾਵਦੇ ਭਗਤ ਨੇ ਪਿਆਰੇ ਸੋਈ, ਤੇਰੇ ਮਨ ਭਾਵਦੇ ਭਗਤ ਨੇ ਪਿਆਰੇ ਸੋਈ। ਤੇਰੇ ਮਨ ਭਾਵਦੇ ਭਗਤ ਨੇ ਪਿਆਰੇ ਸੋਈ, ਤੇਰੇ ਮਨ ਭਾਵਦੇ ਭਗਤ ਨੇ ਪਿਆਰੇ ਸੋਈ।
ਭਗਤ ਤੇਰੇ ਮਨ ਪਾਵੰਦੇ, ਦਰਸੋਂ ਹਿਨ ਕੀਰਤ ਗਾਵੰਦੇ। ਇੱਕ ਦਿਨ ਇਹ ਹੰਕਾਰੀ ਦਾ ਹੰਕਾਰ ਤੋੜਨ ਵਾਸਤੇ ਗੁਰੂ ਨਾਨਕ ਦੇਵ ਜੀ ਆਪ ਹੀ ਚਲੇ ਗਏ, ਸਿੰਘਾਂ ਨੂੰ ਨਾਲ ਲੈ ਕੇ। ਪੀਰ ਜੀ ਨੇ ਵੇਖਿਆ ਜਿਹਨੂੰ ਯਾਦ ਕਰਦਾ ਸੀ ਮੇਰੀ ਸਾਰੀ ਸੰਗਤ ਤੋੜ ਦਿੱਤੀ, ਅੱਜ ਆਪ ਹੀ ਆ ਗਿਆ, ਇਹਦੇ ਨਾਲ ਗੱਲ ਕਰਦੇ ਹਾਂ। ਹੰਕਾਰ ਸੀ ਆਪਣੀ ਉਮਰ ਦਾ, ਆਪਣੀ ਵਿੱਦਿਆ ਦਾ। ਆਪਣੇ ਆਸਣ ਤੋਂ ਉੱਠਿਆ ਤੇ ਇੱਕ ਖਰਬੂਜਾ ਤੋੜ ਕੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਰੱਖ ਦਿੱਤਾ। ਇੱਥੇ ਖਰਬੂਜੇ ਦੀ ਵੀ ਅਜੀਬ ਗੱਲ ਸੀ। ਖਰਬੂਜਿਆਂ ਦੀਆਂ ਬੱਲਾਂ ਲਾਈਆਂ ਹੋਈਆਂ ਸੀ ਪੀਰ ਦੀਆਂ। ਕਹਿੰਦੇ 12 ਮਹੀਨੇ 30 ਦਿਨ ਖਰਬੂਜਾ ਤਿਆਰ ਹੀ ਮਿਲਦਾ ਸੀ। ਜਿਹੜੀ ਸੰਗਤ ਬਾਬਾ ਜੀ ਦੇ ਚਰਨਾਂ ਵਿੱਚ ਆਉਂਦੀ ਸੀ ਉਹਨੂੰ ਪ੍ਰਸ਼ਾਦ ਵੀ ਖਰਬੂਜੇ ਦਾ ਹੀ ਵਰਤਾਇਆ ਜਾਂਦਾ ਸੀ। ਜਿਵੇਂ ਅਸੀਂ ਖਿੱਲਾਂ ਪਤਾਸੇ ਮਹਾਰਾਜ ਦੇ ਚਰਨਾਂ ਵਿੱਚ ਮਿੱਠਾ ਪ੍ਰਸ਼ਾਦ ਵੀ ਵਰਤਾਉਂਦੇ ਹਾਂ, ਪ੍ਰਸ਼ਾਦ ਵੀ 12 ਮਹੀਨੇ 30 ਦਿਨ ਖਰਬੂਜਿਆਂ ਦਾ ਹੀ ਵਰਤਾਇਆ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਖਰਬੂਜਾ ਰੱਖ ਦਿੱਤਾ ਤੇ ਗੁਰੂ ਜੀ ਨੇ ਕਰਦ ਲਈ, ਉਹਦੀਆਂ ਫਾੜੀਆਂ ਕਰਕੇ ਸਾਰੀ ਸੰਗਤ ਨੂੰ ਇੱਕ ਇੱਕ ਫਾੜੀ ਦੇਤੀ ਤੇ ਇੱਕ ਪੀਰ ਜੀ ਨੂੰ ਫਾੜੀ ਦੇਤੀ, ਇੱਕ ਮਹਾਰਾਜ ਜੀ ਨੇ ਆਪ ਛਕ ਲਈ। ਹੁਣ ਪੀਰ ਕਹਿੰਦਾ ਮਹਾਰਾਜ ਜੀ ਇਹ ਜਿਹੜੀ ਤੁਹਾਨੂੰ ਖਰਬੂਜੇ ਦੀ ਫਾੜੀ ਦਿੱਤੀ ਸੀ, ਆਹ ਖਰਬੂਜਾ ਦਿੱਤਾ ਸੀ, ਇਹ ਤੁਹਾਨੂੰ ਛਕਣ ਵਾਸਤੇ ਨਹੀਂ ਦਿੱਤਾ, ਤੁਹਾਡੀ ਇਹ ਕਰਾਮਾਤ ਵੇਖਣ ਵਾਸਤੇ ਦਿੱਤਾ ਸੀ, ਮੇਰਾ ਖਰਬੂਜਾ ਵਾਪਸ ਕਰ ਦਿਓ। ਗੁਰੂ ਜੀ ਕਹਿੰਦੇ ਫਿਰ ਇਹ ਤਾਂ ਕੁਰਾਨ ਸ਼ਰੀਫ ਤੋਂ ਵੀ ਉਲਟ ਗੱਲ ਹੈ, ਇਹ ਸਰਾ ਨਹੀਂ ਕਹਿੰਦੀ ਜਿਹੜੀ ਚੀਜ਼ ਛਕ ਲਈ ਕਦੇ ਵਾਪਸ ਆਉਂਦੀ ਹੈ। ਕਹਿੰਦਾ ਮੈਨੂੰ ਨਹੀਂ ਪਤਾ, ਤੈਨੂੰ ਕਲਯੁਗ ਦਾ ਅਵਤਾਰ ਕਹਿੰਦੇ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ ਪੀਰ ਜੀ ਇਹ ਨਹੀਂ ਹੋ ਸਕਦਾ, ਨਾ ਮਹਾਰਾਜ ਇਹ ਖਰਬੂਜਾ ਤੁਹਾਨੂੰ ਖਾਣ ਵਾਸਤੇ ਨਹੀਂ ਦਿੱਤਾ, ਮੇਰਾ ਖਰਬੂਜਾ ਵਾਪਸ ਕਰੋ। ਗੁਰੂ ਜੀ ਕਹਿੰਦੇ ਚੰਗਾ ਫਿਰ ਐਂ ਕਰ ਵੇਈ ਨਦੀ ਵੱਲ ਜਾ। ਵੇਈ ਨਦੀ ਵੱਲ ਗਿਆ ਤੇ ਅੱਗੇ ਤਾਂ ਕੁਟੀਆ ਦੇ ਆਲੇ ਦੁਆਲੇ ਖਰਬੂਜੇ ਸੀ ਤੇ ਫਿਰ ਸਾਰੀ ਵੇਈ ਨਦੀ ਤੇ ਖਰਬੂਜੇ ਤਿਆਰ ਖੜੇ ਨੇ। ਗੇੜਾ ਦੇ ਕੇ ਮੁੜਿਆ, ਮਹਾਰਾਜ ਕਹਿੰਦੇ ਖਰਬੂਜੇ ਤਾਂ ਹੈਗੇ ਨੇ ਪਰ ਖਰਬੂਜਾ ਉਹ ਚਾਹੀਦਾ, ਨਿਸ਼ਾਨੀ ਦੱਸੋ ਜਿਹੜਾ ਆਪਾਂ ਨੇ ਛਕਿਆ। ਗੁਰੂ ਜੀ ਕਹਿੰਦੇ ਉਹ ਵੀ ਵਿੱਚ ਹੀ ਪਿਆ, ਇੱਕ ਫਾੜੀ ਘੱਟ ਹੈ, ਜਾਂ ਚੱਕ ਲਿਆ। ਵੇਈ ਨਦੀ ਤੇ ਗੇੜਾ ਦਿੱਤਾ, ਜਿਹੜੇ ਖਰਬੂਜੇ ਦੀ ਫਾੜੀ ਘੱਟ ਸੀ ਉਹ ਤੋੜ ਲਿਆਂਦਾ, ਰੱਖ ਦਿੱਤਾ ਚਰਨਾਂ ਵਿੱਚ। ਕਹਿੰਦੇ ਮਹਾਰਾਜ ਇੱਕ ਫਾੜੀ ਘੱਟ ਹੈ, ਇਹ ਵੀ ਪੂਰੀ ਕਰੋ। ਗੁਰੂ ਨਾਨਕ ਦੇਵ ਜੀ ਜਿਹੜੇ ਕਹਿੰਦੇ ਅਸੀਂ ਖਾਧਾ ਸੀ ਭਾਈ ਪੂਰਾ ਹੋ ਗਿਆ, ਜਿਹੜੀ ਸੰਗਤ ਨੇ ਫਾੜੀ ਫਾੜੀ ਖਾਧੀ ਸੀ ਉਹ ਵੀ ਪੂਰੀ ਹੋ ਗਈ। ਇਹ ਤਾਂ ਤੈਂ ਛਕੀ ਹੈ, ਤਾਂ ਤੇਰਾ ਕੰਮ ਹੈ, ਇਹ ਫਾੜੀ ਤਾਂ ਤੇਰੀ ਹੈ, ਤੈਂ ਛਕੀ ਹੈ, ਇਹਨੂੰ ਤੂੰ ਪੂਰੀ ਕਰ। ਇੱਥੇ ਆ ਕੇ ਫਿਰ ਮਾਨ ਤੋੜ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਕਿਉਂਕਿ ਕਰਾਹੇ ਪਏ ਲੋਕਾਂ ਨੂੰ, ਹੰਕਾਰੀਆਂ ਲੋਕਾਂ ਦਾ ਹੰਕਾਰ ਤੋੜਿਆ। ਹਰ ਜੀ ਉਹ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਗੁਰੂ ਨਾਨਕ ਦੇਵ ਦੇ ਮਹਾਰਾਜ ਜੀ ਦੇ ਚਰਨੀ ਪੈ ਗਿਆ, ਮਹਾਰਾਜ ਮੈਨੂੰ ਨਹੀਂ ਪਤਾ ਸੀ ਤੁਸੀਂ ਸੱਚਮੁੱਚ ਹੀ ਖੁਦਾ ਦਾ ਰੂਪ ਹੋ, ਪਰ ਮੈਨੂੰ ਕੋਈ ਸੇਵਾ ਦੱਸੋ ਤੇ ਮੇਰੀ ਭੁੱਲ ਬਖਸ਼ੋ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਨਾਨਕ ਗੁਰੂ ਜਨ ਕੇਰਾ, ਜਿਤ ਮਿਲਿਆ ਸਭ ਚੂਕੇ ਸੋਗ ਸੰਤਾਪੇ। ਹੁਣ ਇੱਕ ਗੱਲ ਸਮਝ ਗਏ ਹੋ, ਸਾਖੀ ਤਾਂ ਥੋੜ੍ਹੀ ਜਿਹੀ ਵਿਚਾਲੀ ਹੈ ਕਿ ਜਦੋਂ ਵਿਆਹ ਦੇ ਵਿੱਚ ਆਪਾਂ ਸੀਰਨੀ ਜੋਖਣ ਲੱਗ ਜਾਂਦੇ ਆ ਨਾ, ਉਦੋਂ ਮੇਲ ਵਾਲੇ ਆਪ ਹੀ ਕੰਨ ਕਰ ਲੈਣ, ਉਹ ਵੇਖ ਲੈਣ ਵੀ ਹੁਣ ਸਾਡੀ ਤਿਆਰੀ ਹੈ ਭਾਈ, ਤੁਹਾਡਾ ਟਾਈਮ ਸਮਾਪਤ ਹੈ, ਹੁਣ ਤੁਸੀਂ ਜਾਓ। ਟਾਈਮ ਤਾਂ ਸਮਾਪਤ ਹੈ, ਮੈਂ 2 ਮਿੰਟਾਂ ਵਿੱਚ ਸਾਖੀ ਨੂੰ ਪੂਰੀ ਕਰ ਸਕਾਂ। ਸਤ ਸੰਗੀਓ ਆਪਾਂ ਸਮਝ ਜਾਂਦੇ ਹਾਂ, ਰੋਜ਼ ਸਟੇਜਾਂ 'ਤੇ ਬੋਲਦੇ ਹਾਂ। ਗੁਰੂ ਜੀ ਕਹਿੰਦੇ ਚੰਗਾ ਇੱਕ ਦਾਤਣ ਲੈ ਕੇ ਹਾਜ਼ਰ ਹੋ ਜਾ ਕਰ। ਅੰਮ੍ਰਿਤ ਵੇਲੇ 3 ਵਜੇ ਗੁਰੂ ਨਾਨਕ ਦੇਵ ਜੀ ਵੇਈ ਨਦੀ ਵੱਲ ਨੂੰ ਜਾਂਦੇ ਨੇ ਤੇ ਇਹ ਮੁਸਲਮਾਨ ਪੀਰ ਦਾਤਣ ਲੈ ਕੇ ਹਾਜ਼ਰ ਹੋ ਜਾਂਦਾ ਹੈ। ਸਾਲ ਭਾਰੇਵੇਂ ਜਿਵੇਂ ਸੇਵਾ ਕਰਦਾ ਰਿਹਾ। ਸਾਲ ਤੋਂ ਬਾਅਦ ਇੱਕ ਦਿਨ ਮਨ ਵਿੱਚ ਫੁਰਨਾ ਫੁਰਿਆ, ਤੈਨੂੰ ਇੱਕ ਦਿਨ ਖਰਬੂਜੇ ਦੀ ਖੇਡ ਵਿਖਾਈ ਸੀ ਮਹਾਰਾਜ ਜੀ ਨੇ, ਤੂੰ ਤਾਂ ਕਾਫਰ ਦਾ ਹੀ ਚੇਲਾ ਹੋ ਗਿਆ। ਫੇਰ ਮਨ ਬਦਲ ਗਿਆ, ਕਿਉਂਕਿ ਮਨ ਦੇ ਖਿਆਲ ਬਹੁਤ ਨੇ। ਇਹ ਮਨ ਦਾਤਾ ਬਣ ਜਾਂਦਾ, ਕਦੇ ਮੰਗਤਾ ਬਣ ਜਾਂਦਾ, ਕਦੇ ਭਿਖਾਰੀ ਬਣ ਜਾਂਦਾ, ਕਦੇ ਪੰਛੀ ਬਣ ਕੇ ਅਡਾਰੀਆਂ ਵੀ ਲਾਉਣ ਲੱਗ ਜਾਂਦਾ। ਬੈਠੇ ਜ਼ਰੂਰ ਹਾਂ, 4 ਕੁੰਟਾਂ ਦੀ ਸੈਰ ਕਰ ਰਹੇ ਹਾਂ ਬੈਠੇ ਬੈਠੇ। ਲੋਭੀ ਜੀੜਾ ਥਿਰ ਨਾ ਰਹਿਤਾ, 4 ਕੁੰਡਾਂ ਭਾਲੇ। ਬੈਠੇ ਜ਼ਰੂਰ ਹਾਂ। ਕਹਿੰਦੇ ਪੀਰ ਜੀ ਨੇ ਜਦੋਂ ਇਹ ਫੁਰਨਾ ਕੀਤਾ, ਜਾਣੀ ਜਾਣ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਕਿੱਕਰ ਦੀ ਦਾਤਨ ਲੈਣ ਗਿਆ ਤੇ ਗੁਰੂ ਨਾਨਕ ਦੇਵ ਜੀ ਨੇ ਕਿੱਕਰਾਂ ਸੁਲਤਾਨਪੁਰ ਵਿੱਚੋਂ ਲੋਪ ਹੀ ਕਰ ਦਿੱਤੀਆਂ। ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ,
गुरु मेरा अंतर्जामी है, वो तो सब दे दिलां दियां जाने, साहिब मेरा अंतर्जामी है। गुरु जी ने किकरां अलोप कर दित्तियां, हैरान हो गया किकरां किधर चलियां गईयां। पर उस दिन की कीता, फिर बेरी दी ओह तोड़ लई, महाराज दे चरनां विच ढह पिया। महाराज बहुत गलती हो गई। गुरु जी कहंदे की हो गया? कहंदे महाराज अज तक किकर दी दातण ही नहीं मिली, पर मेरे मन विच शंका सी, पूरा हो गया। हुण किरपा करो अगे वास्ते भुल ना हो जावे। गुरु जी कहंदे हुण तेरी सेवा भी अज तो बंद है, सिमरन कर लिया कर। जिन्ना समा महाराज जी नूं जिस दिन बेरी की दातन दी, महाराज जी ने बेई नदी के किनारे गढ़ दी, उत्थों बेरी हरी हो गई। अज बेर साहब कहते हैं मुसलमान 100 साल की उम्र तो वध उम्र भोग के मरिया तो बेरी थले ही दफनाया गया। जिथे गुरु नानक देव जी वो बेरी नूं मत्था टेकदे नाल पीर नूं भी मत्था टेकदा। क्यों टिकदा? जिन नानक सतगुर पूजिया तिन हर पूज। जिन्हां ने गुरु नूं पूजिया साध संग जी उन्होंने अज तक लोग पूजते हैं। आओ इन्नियां क बेनतियां प्रवान करो। जिथों परकर्म शुरू किया सी आ धारना पढ़ के समाप्ति वल वधीए। प्यार दे नाल सारी संग दुहाई। आया सतगुर नानक जग तारने, आया सतगुर नानक जग तारने नो। आदि निरंजन है गुरु नानक, तारिक मूरत है जग आया। लोक सुनियो पर लोक सुनियो, बिरद लोक सुनियो, सब दर्शन पाया। संगत पारी उतारी निको, गुरु नानक साहिब पंथ चलाया। आओ इन्नियां क बेनतियां प्रवान करो। कीर्तन दा सत्कार सिख श्री वाहिगुरु जी। बंदना हर बंदना गुण गावो गोपाल राये। वडी भाग पीटी गुरदीवा, कूट पराध मिटी हर सेवा। चरण कमल जाका मन रापा, सोग अगन तिस जन ना व्यापा। सागर तरया साधु संगे, निरपौ नाम जपो हर रंगे। पर तन दुख किस पाप न फेड़े, पर तन दुख किस पाप न फेड़े। जम जंदार न आवा नेड़े, तृष्णा अग्न प्रभ आप बुझाई।
तृष्णा अग्न प्रभे आप बुझाई, नानक उदर है प्रभ सरनाई। लखां पापी तारे बंदना सतगुर नानक नू, बंदना सतगुर नानक नू। लखां पापी तारे लखां पापी तारे बंदना सतगुर नानक, मेरी बंदना सतगुर नानक। लखां पापी तारे बंदना सतगुर नानक नू, बंदना सतगुर नानक नू। लखां पापी तारे मेरी बंदना सतगुर, पापी तारे बंदना सतगुर नानक, बंदना सतगुर नानक। बंदना सतगुर नानक नू, बंदना सतगुर नानक नू। मेरी बंदना सतगुर नानक, सतगुर बंदना सतगुर नानक नू, मेरी बंदना सतगुर नानक। बंदना सतगुर, बंदना सतगुर नानक नू। मेरी बंदना सतगुर नानक नू, मेरी बंदना बंदना सतगुर नानक नू, मेरी बंदना सतगुर नानक। सतगुर नानक प्रगटिया मिट्टी थुद जग चानण होआ, ज्यों कर सूरज निकलिया तारे छपे अंधेर पलोआ। सिंह बुके मिर्गावली सिंह बुके मिर्गावली भन्नी जाए ना धीर तरुआ, जिथे बाबा पैर तरे, जिथे बाबा पैर तरे पूजा आसन तापन सोआ। सिद्धे आसन सब जगत दे नानक आदम तेजे हुआ। कर करे अंदर धर्मसाल होवे कीर्तन सदा विसोआ। बाबे तारे चार चक, बाबे तारे चार चक, नौ खंड पृथ्वी सच्चा ठोआ। गुरमुख कल विच प्रगट होआ, गुरमुख कल विच प्रगट होआ। धुंध मिट गई जगत दी सारी, तन बाबा नानक प्रगटिया। मिट गई जगत दी सारी, तन बाबा नानक प्रगटिया। ਧੁੰਦ ਮਿਟ ਗਈ ਜਗਤ ਦੀ
ਦੀ ਸਾਰੀ ਤਨ ਬਾਬਾ ਨਾਨਕ ਪ੍ਰਗਟਿਆ ਤੁੰਦ ਮਿਟ ਗਈ ਜਗਤ ਦੀ ਸਾਰੀ ਤਨ ਬਾਬਾ ਨਾਨਕ ਪ੍ਰਗਟਿਆ ਤੁੰਦ ਮਿਟ ਗਈ ਜਗਤ ਦੀ ਸਾਰੀ ਤਨ ਬਾਬਾ ਨਾਨਕ ਪ੍ਰਗਟਿਆ ਤੁੰਦ ਮਿਟ ਗਈ ਜਗਤ ਦੀ ਸਾਰੀ ਤਨ ਬਾਬਾ ਨਾਨਕ ਪ੍ਰਗਟਿਆ ਤੁੰਦ ਮਿਟ ਗਈ ਜਗਤ ਦੀ ਸਾਰੀ ਤਨ ਬਾਬਾ ਨਾਨਕ ਤੁੰਦ ਮਿਟ ਗਈ ਜਗਤ ਦੀ ਸਾਰੀ ਤਨ ਬਾਬਾ ਮਿਟ ਗਈ ਜਗਤ ਦੀ ਸਾਰੀ ਤਨ ਬਾਬਾ ਨਾਨਕ ਪ੍ਰਗਟੇ ਤੁੰਦ ਮਿਟ ਗਈ ਜਗਤ ਦੀ ਸਾਰੀ ਤਨ ਬਾਬਾ ਨਾਨਕ ਪ੍ਰਗਟੇ ਧੰਨ ਬਾਬਾ ਜੀ ਨਾਨਕ ਪ੍ਰਗਟਿਆ ਧੰਨ ਬਾਬਾ ਜੀ ਨਾਨਕ ਪ੍ਰਗਟਿਆ ਓ ਧੰਨ ਬਾਬਾ ਜੀ ਨਾਨਕ ਪ੍ਰਗਟਿਆ 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 ਓ ਧੰਨ ਬਾਬਾ ਜੀ ਨਾਨਕ ਪ੍ਰਗਟਿਆ ਓ ਧੰਨ ਬਾਬਾ ਜੀ ਨਾਨਕ ਪ੍ਰਗਟਿਆ ਧੰਨ ਬਾਬਾ ਜੀ ਨਾਨਕ ਪ੍ਰਗਟਿਆ ਓ ਧੰਨ ਬਾਬਾ ਜੀ ਨਾਨਕ ਪ੍ਰਗਟਿਆ ਤੁੰਦ ਮਿਟ ਗਈ ਜਗਤ ਦੀ ਬੈਸਾਰੀ ਧੰਨ ਬਾਬਾ ਨਾਨਕ ਪ੍ਰਗਟਿਆ ਤੁੰਦ ਮਿਟ ਗਈ ਜਗਤ ਦੀ ਸਾਰੀ ਧੰਨ ਬਾਬਾ ਨਾਨਕ ਪ੍ਰਗਟ ਤੁੰਦ ਮਿਟ ਗਈ ਜਗਤ ਦੀ ਸਾਰੀ ਨਾਨਕ ਪ੍ਰਗਟਿਆ ਤੁੰਦ ਮਿਟ ਗਈ ਜਗਤ ਦੀ ਸਾਰੀ ਧੰਨ ਬਾਬਾ ਨਾਨਕ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੁਧ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਕਾਫੀ ਸਮੇਂ ਤੋਂ ਸਤਿਗੁਰਾਂ ਦਾ ਜਸ ਸਰਵਣ ਕਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਜੀ ਤੇ ਅੱਜ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਕਿ ਸਿੱਖ ਧਰਮ ਦੇ ਬਾਨੀ, ਮੋਢੀ ਕਹਿ ਲਓ, ਮੁਖੀ ਕਹਿ ਲਓ, ਪ੍ਰਾਰੰਭ ਕਰਨ ਵਾਲੇ ਕਹਿ ਲਓ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ
ਅੱਜ ਉਹਨਾਂ ਦਾ ਅਵਤਾਰ ਦਿਹਾੜਾ ਸੰਗਤਾਂ ਬੜੇ ਪ੍ਰੇਮ ਉਤਸ਼ਾਹ ਨਾਲ ਮਨਾ ਰਹੀਆਂ ਨੇ। ਇਹ ਇਕੱਲੀ ਆਪਣੇ ਇਸ ਨਗਰ ਦੀ ਗੱਲ ਨਹੀਂ, ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਬੈਠੀਆਂ ਨੇ, ਭਾਵੇਂ ਕੋਈ ਸ਼ਹਿਰ ਹੈ, ਕੋਈ ਛੋਟਾ ਪਿੰਡ ਹੈ, ਵੱਡਾ ਹੈ, ਆਬਾਦੀ ਘੱਟ ਹੈ, ਜ਼ਿਆਦਾ ਹੈ, ਇੱਥੇ ਬਸ ਨਹੀਂ, ਪੰਜਾਬ ਤੋਂ ਬਾਹਰ ਦੇ ਸਟੇਟ, ਉਦੋਂ ਵੀ ਵੱਡੀ ਗੱਲ ਕਰ ਲਈਏ ਜਾ ਕੇ ਹਿੰਦੁਸਤਾਨ ਤੋਂ ਬਾਹਰ ਵੀ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਦੇ ਪਿਆਰੇ ਬੈਠੇ ਨੇ, ਆਪਣੇ ਪ੍ਰੇਮ ਚ ਅੱਜ ਯਾਦ ਕਰ ਰਹੇ ਨੇ। ਦੁਨੀਆ ਦੇ ਉੱਤੇ ਦੋ ਚੀਜ਼ਾਂ ਚੱਲੀਆਂ ਆ ਰਹੀਆਂ ਸ਼ੁਰੂ ਤੋਂ ਹੀ, ਇੱਕ ਨੇਕੀ ਤੇ ਇੱਕ ਬਦੀ। ਜੇ ਧੁੱਪ ਹੈ ਛਾਂ ਵੀ ਹੈ, ਦੁੱਖ ਤੇ ਸੁੱਖ ਦਾ ਸੰਬੰਧ ਬਣਿਆ ਹੈ, ਦਿਨ ਤੇ ਰਾਤ ਹੈ, ਨੇਕੀ ਤੇ ਬਦੀ ਵੀ ਹੈ। ਇੱਕ ਵਾਰ ਤਾਂ ਇਹ ਲੱਗਦਾ ਵੀ ਜਿਹੜੀ ਬਦੀ ਆ ਨੇਕੀ ਤੇ ਭਾਰੂ ਹੋ ਗਈ, ਲੱਗਦਾ ਵੀ ਜਿੱਤ ਬਦੀ ਦੀ ਹੁੰਦੀ ਜਾਂਦੀ ਹੈ, ਜਿੱਤ ਗਈ ਬਦੀ। ਕਹਿ ਵੀ ਦਿੰਦੇ ਨੇ ਆਮ ਭਾਸ਼ਾ ਦੇ ਵਿੱਚ, ਕਹਿੰਦੇ ਵੀ ਸੱਚੇ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਹੈ। ਪਰ ਸਤਿਗੁਰੂ ਬਾਣੀ ਦੇ ਵਿੱਚ ਕੀ ਕਹਿੰਦੇ ਨੇ? ਕਹਿੰਦੇ ਠੀਕ ਹੈ, ਜਿਹੜੇ ਬਨੌਟੀ ਗਹਿਣੇ ਹੁੰਦੇ ਆ ਉਹਨਾਂ ਦੀ ਚਮਕ ਥੋੜੀ ਜਿਹੀ ਜ਼ਿਆਦਾ ਹੀ ਹੁੰਦੀ ਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜਾ ਗਹਿਣਾ ਬਨੌਟੀ ਹੁੰਦਾ ਨਾ, ਅਸਲੀ ਨਹੀਂ ਹੁੰਦਾ। ਦੇਖਣ ਨੂੰ ਤਾਂ ਚਮਕਾਂ ਮਾਰਦਾ ਪੂਰੀਆਂ, ਪਰ ਗੁਰੂ ਪਿਆਰੇ ਹੁੰਦਾ ਬਨੌਟੀ ਹੈ। ਬਨਾਵਟ ਇੱਕ ਵਾਰੀ ਤਾਂ ਅੱਖਾਂ ਨੂੰ ਝੰਡਿਆ ਦਿੰਦੀ ਹੈ ਵੀ ਬੜੀ ਚਮਕ ਹੈ, ਬਈ ਗਹਿਣਾ ਬੜਾ ਕੀਮਤੀ ਹੈ, ਪਰ ਜਿਹੜੀ ਅਸਲ ਵਸਤੂ ਹੈ ਮਹਾਰਾਜ ਕਹਿੰਦੀ ਉਹ ਟਿਕਾ 'ਚ ਰਹਿੰਦੀ ਹੈ। ਸਤਿਗੁਰੂ ਕੀ ਕਹਿੰਦੇ ਨੇ? ਮਹਾਰਾਜ ਕਹਿੰਦੇ ਕੂੜ ਨਿਖੁੱਟੇ ਨਾਨਕਾ ਓੜਕ ਸੱਚ। ਅਖੀਰ ਤੇ ਕਹਿੰਦੇ ਸੱਚ ਰਹਿ ਜਾਂਦਾ ਹੈ, ਜਿਹੜਾ ਕੂੜ ਨਿਖੁੱਟਿਆ ਜਾਂਦਾ ਹੈ। ਸੋ ਸਮਾਂ ਧਰਤੀ ਤੇ ਕੀ ਬਣਿਆ? ਭਾਈ ਗੁਰਦਾਸ ਜੀ ਉਸ ਸਮੇਂ ਦਾ ਵਰਣਨ ਕਰਦੇ ਨੇ, ਕਹਿੰਦੇ ਦੁਨੀਆ ਵਾਲਿਓ ਸੁਣੋ, ਜਦੋਂ ਗੁਰੂ ਨਾਨਕ ਸਾਹਿਬ ਦੁਨੀਆ ਤੇ ਆਏ, ਦੁਨੀਆ ਕਿਹੜੇ ਹਾਲਾਤਾਂ ਚੋਂ ਵਿਚ ਰਹੀ ਸੀ, ਸੰਸਾਰ ਦਾ ਬਣ ਕੀ ਰਿਹਾ ਸੀ ਉਸ ਸਮੇਂ? ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਕੀ ਕਹਿੰਦੇ ਨੇ? ਕਹਿੰਦੇ ਕਲ ਆਈ ਕੁੱਤੇ ਮੂੰਹੀ, ਖਾਜ ਹੋਆ ਮੁਰਦਾਰ ਗੁਸਾਈ। ਕਲਯੁਗ ਦਾ ਸਮਾਂ, ਕੁੱਤੇ ਮੂੰਹ ਕੁੱਤੇ ਵਰਗਾ। ਕੁੱਤੇ 'ਚ ਕੀ ਗੁਣ ਹੁੰਦੇ ਨੇ ਭਾਈ? ਲੋਭ, ਲਾਲਚ, ਇਹ ਕੁੱਤੇ ਦਾ ਮੁੱਖ ਗੁਣ ਹੈ। ਭਾਈ ਗੁਰਦਾਸ ਆਹੀ ਗੱਲ ਕਹਿ ਰਹੇ ਨੇ। ਕਲ ਆਈ ਕੁੱਤੇ ਮੂੰਹੀ, ਖਾਜ ਹੋਆ ਮੁਰਦਾਰ ਗਸਾਈ। ਖਾਂਦੇ ਕੀ ਸੀ? ਮੁਰਦਾਰ। ਮੁਰਦਾਰ ਕਿਹਨੂੰ ਕਹਿੰਦੇ ਨੇ? ਪਰਾਇਆ ਹੱਕ ਖਾਣਾ। ਹੱਕ ਪਰਾਇਆ ਨਾਨਕਾ ਉਸ ਸੁਵਰ ਉਸ ਗਾਏ। ਜਿਹੜਾ ਬੰਦਾ ਕਹਿੰਦਾ ਮੈਂ ਪਰਾਇਆ ਹੱਕ ਨਹੀਂ ਖਾਂਦਾ, ਧਿਆਨ ਦੇ ਕੇ ਸੁਣਿਓ, ਜੋ ਵੀ ਇਨਸਾਨ ਇਹ ਕਹਿੰਦਾ ਮੈਂ ਗਊ ਦਾ ਮਾਸ ਨਹੀਂ ਖਾਂਦਾ, ਮੁਸਲਮਾਨ ਕਹਿੰਦਾ ਮੈਂ ਸੂਰ ਨਹੀਂ ਖਾਂਦਾ, ਮਹਾਰਾਜ ਨੇ ਬਹੁਤ ਕੀਮਤੀ ਬਚਨ, ਜਿਨ੍ਹਾਂ ਦੀ ਕੀਮਤ ਹੀ ਕੋਈ ਨਹੀਂ, ਕਹਿੰਦੇ ਜਿਹਨੇ ਕਿਸੇ ਦਾ ਹੱਕ ਖਾ ਲਿਆ ਨਾ, ਹੱਕ ਪਰਾਇਆ ਨਾਨਕਾ। ਹਿੰਦੂ ਬੇਸ਼ੱਕ ਕਹੀ ਜਾਵੇ ਮੈਂ ਗਊ ਨਹੀਂ ਖਾਂਦਾ, ਕਹਿੰਦੇ ਗਊ ਖਾ ਗਿਆ, ਉਹਨੇ ਗਊ ਖਾ ਲਈ। ਮੁਸਲਮਾਨ ਬੇਸ਼ੱਕ ਆਖੀ ਜਾਵੇ ਮੈਂ ਸੂਰ ਨਹੀਂ ਖਾਂਦਾ, ਕਿਸੇ ਦਾ ਹੱਕ ਖਾ ਗਿਆ, ਮੁਸਲਮਾਨ ਕਹਿੰਦੇ ਸੂਰ ਖਾ ਗਿਆ। ਹੱਥ ਕਰਕੇ ਸੱਚੇ ਪਾਤਸ਼ਾਹ ਦੋਨਾਂ ਵੱਲ ਕਹਿੰਦੇ ਨੇ, ਹੱਕ ਪਰਾਇਆ ਨਾਨਕਾ। ਹਿੰਦੂ ਵੱਲ ਹੱਥ ਕਰਕੇ ਮੁਸਲਮਾਨ ਨੂੰ ਕਹਿ ਦਿੱਤਾ ਉਸ ਸੂਅਰ, ਹਿੰਦੂ ਵੱਲ ਕਰਕੇ ਕਹਿੰਦੇ ਉਸ ਗਾਏ, ਉਹਨੇ ਗਾਂ ਖਾ ਲਈ। ਇਹ ਸਮਾਂ ਚੱਲ ਰਿਹਾ ਸੀ। ਕਲ ਆਈ ਕੁੱਤੇ ਮੂੰਹੀ, ਖਾਜ ਹੋਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਮ ਦੇ ਉਲਟੀ ਵਾੜ, ਖੇਤ ਕੋ ਖਾਈ। ਰਾਜੇ ਪਾਪੀ ਹੋ ਗਏ। ਰਾਜਿਆਂ ਨੇ ਕਰਨੀ ਸੀ ਪਰਜਾ ਦੀ ਰਾਖੀ। ਗੁਰੂ ਨਾਨਕ ਸਾਹਿਬ ਦੇ ਅਵਤਾਰ ਵੇਲੇ ਦਾ ਦ੍ਰਿਸ਼ ਕੀ ਚੱਲ ਰਿਹਾ ਸੀ ਸੰਸਾਰ ਤੇ? ਰਾਜੇ ਜਿਨ੍ਹਾਂ ਨੇ ਪਰਜਾ ਦੀ ਸੰਭਾਲ ਕਰਨੀ ਸੀ, ਪਾਪੀ ਬਣ ਗਏ। ਭਾਈ ਗੁਰਦਾਸ ਜੀ ਕਹਿੰਦੇ ਐ ਮੰਨ ਲਓ
ਪਾਪੀ ਕਾਹਦੇ ਬਣ ਕੇ ਬਾੜ ਹੀ ਖੇਤ ਨੂੰ ਖਾਣ ਲੱਗ ਗਏ, ਕਿਉਂਕਿ ਬਾੜ ਨੇ ਤਾਂ ਖੇਤ ਨੂੰ ਬਚਾਉਣਾ ਹੁੰਦਾ ਹੈ। ਰਾਜੇ ਨੇ ਕਰਨੀ ਆ ਪਰਜਾ ਦੀ ਰਾਖੀ, ਰਾਜਾ ਹੀ ਖਾਣਾ ਸ਼ੁਰੂ ਕਰ ਦੇ। ਰਾਜੇ ਪਾਪ ਕਮਾਵਦੇ, ਉਲਟੀ ਬਾੜ ਖੇਤ ਕੋ ਖਾਈ। ਪਰਜਾ ਅੰਧੀ ਗਿਆਨ ਬਿਨ, ਕੂੜ ਕਸਤ ਮੁਖੋਂ ਉਲਾਈ। ਸੇਵਕ ਬੈਠਣ ਘਰਾਂ ਵਿੱਚ, ਗੁਰੂ ਉੱਠ ਘਰੀ ਤਨਾੜਾ ਜਾਈ। ਚੇਲੇ ਸਾਜ ਵਜਾਈਂਦੇ, ਨੱਚਣ ਗੁਰ ਗੋਬਿੰਦ ਭਾਈ। ਮੈਂ ਜੇ ਇਸੇ ਭਾਈ ਗੁਰਦਾਸ ਜੀ ਦੀ ਵਾਰ ਦਾ ਆਪਾਂ ਵਿਖਿਆਨ ਕਰਨ ਲੱਗੇ, ਮੇਰਾ ਖਿਆਲ ਹੈ ਜਿਹੜਾ ਘੰਟਾ ਸਵਾ ਘੰਟਾ ਮਿਲਿਆ ਉਹ ਇਹਦੇ 'ਚ ਹੀ ਲੰਘ ਜਾਣਾ। ਅੱਗੇ ਤੁਰੀਏ। ਚੇਲੇ ਸਾਜ ਵਜਾਈਂਦੇ, ਨੱਚਣ ਗੁਰ ਗੋਬਿੰਦ ਭਾਈ। ਤੇ ਕਾਜੀ ਹੋਈ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਜਿਨ੍ਹਾਂ ਤੋਂ ਇਨਸਾਫ ਦੀਆਂ ਆਸਾਂ ਸੀ, ਉਸ ਸਮੇਂ ਦੇ ਵਿੱਚ ਉਹ ਕੀ ਕਰਨ ਲੱਗੇ? ਰਿਸ਼ਵਤ ਦੇ ਅਧੀਨ ਹੋ ਗਏ। ਦੋਨੇ ਪਾਸਿਓਂ ਲੈ ਲੈਣੀ ਹੈ। ਦੋ ਸੁੰਡਾਂ ਵਾਲਾ ਹਾਥੀ, ਮਾਸ ਵੀ ਖਾਈ ਜਾਂਦਾ, ਘਾਹ ਵੀ ਖਾਈ ਜਾਂਦਾ। ਸੱਚੇ ਤੋਂ ਵੀ ਲੈ ਗਏ, ਝੂਠੇ ਤੋਂ ਵੀ ਲੈ ਗਏ, ਪੱਲੇ ਕਿਸੇ ਦੇ ਕੱਖ ਨਹੀਂ ਪਾਉਣਾ। ਕਾਜੀ ਹੋਈ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ। ਇਸਤਰੀ ਪੁਰਖ ਹੈ ਦਾਮ ਹਿਤ, ਭਾਵੇਂ ਆਏ ਕਿਥਾਓ ਜਾਈ। ਇਸਤਰੀ ਪੁਰਖ ਸੰਸਾਰ ਦੇ ਜੀਵ, ਮਾਈ ਤੇ ਭਾਈ ਸਾਰੇ ਹੀ ਉਸ ਸਮੇਂ ਕੀ ਬਣ ਗਿਆ? ਮਹਾਰਾਜ ਕਹਿੰਦੇ, ਭਾਈ ਗੁਰਦਾਸ ਜੀ ਕਹਿੰਦੇ, ਦਾਮ ਹਿਤ, ਮਾਇਆ ਅਧੀਨ ਸੰਸਾਰ ਹੋ ਚੁੱਕਿਆ ਸੀ। ਭਾਵੇਂ ਆਏ ਕਥੋਂ ਥੋਂ ਕਥੋਂ ਕੁਛ ਨਹੀਂ ਦੇਖਣਾ, ਤੇ ਵਰਤਿਆ ਪਾਪ ਸਭ ਜਗ ਮਾਹੀ। ਇਹੋ ਜਿਹਾ ਸਮਾਂ, ਉਹ ਜਿਹੜਾ ਸਮਾਂ ਸੀ ਭਾਈ, ਉਹਦਾ ਭਾਈ ਗੁਰਦਾਸ ਜੀ ਨੇ ਵਰਣਨ ਬੜੇ ਸੁੰਦਰ ਸ਼ਬਦਾਂ ਵਿੱਚ। ਸਾਰੇ ਬੋਲਿਆ ਕਰੋ। 3 ਹਿੱਸਿਆਂ 'ਚ ਭਾਈ ਕਿਰਪਾ ਕਰਿਓ। ਪਹਿਲਾਂ ਦਾਸ, ਫਿਰ ਵੀਰ ਭਾਈ ਬੋਲਦੇ ਨੇ, ਤੇ ਉਸ ਤੋਂ ਬਾਅਦ ਬੀਬੀਆਂ ਆਪਣੀ ਬਾਰੀ ਨਾ ਛੱਡਿਓ, ਕਿਉਂਕਿ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ, ਉਹਨਾਂ ਦੀ ਕਿਰਪਾ ਸਿੱਧੀਆਂ ਧਾਰਨਾ ਦੇ ਵਿੱਚ ਕੀਰਤਨ ਪਹਿਲਾਂ ਭਾਈ ਗੁਲਜ਼ਾਰ ਸਿੰਘ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ। ਆਪੋ ਆਪਣੀ ਬਾਰੀ ਦਾ ਬਸ ਫਾਇਦਾ ਉਠਾਉਂਦੇ ਤੁਰੇ ਜਾਇਓ। ਉਲਟੀ ਵਾੜ ਖੇਤ ਨੂੰ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਉਹ ਵਾੜ ਖੇਤ ਨੂੰ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਉਲਟੀ ਵਾੜ ਖੇਤ ਨੂੰ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਉਲਟੀ ਵਾੜ ਖੇਤ ਨੂੰ ਖਾਵੇ, ਰਾਜੇ ਪਾਪ ਕਮਾਉਂਦੇ। ਖੇਤ ਨੂੰ ਖਾਵੇ, ਵਾੜ ਖੇਤ ਨੂੰ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਰਾਜੇ ਪਾਪ ਕਮਾਉਂਦੇ ਨੇ, ਰਾਜੇ ਪਾਪ ਕਮਾਉਂਦੇ ਨੇ। ਪਾਪ ਕਮਾਉਂਦੇ ਹੋ, ਰਾਜੇ ਪਾਪ ਕਮਾਉਂਦੇ ਨੇ। ਰਾਜੇ ਪਾਪ ਕਮਾਉਂਦੇ ਨੇ, ਰਾਜੇ ਪਾਪ ਕਮਾਉਂਦੇ ਨੇ। ਰਾਜੇ ਪਾਪ ਕਮਾਉਂਦੇ ਨੇ, ਰਾਜੇ ਪਾਪ ਕਮਾਉਂਦੇ। ਪਾਪ ਰਾਜੇ ਪਾਪ ਕਮਾਉਂਦੇ ਨੇ, ਪਾਪ ਕਮਾਉਂਦੇ ਨੇ। ਰਾਜੇ ਪਾਪ ਕਮਾਉਂਦੇ ਨੇ, ਉਹ ਰਾਜੇ ਪਾਪ ਕਮਾਉਂਦੇ ਨੇ। ਰਾਜੇ ਪਾਪ ਕਮਾਉਂਦੇ ਨੇ, ਰਾਜੇ ਪਾਪ ਕਮਾਉਂਦੇ ਨੇ। ਰਾਜੇ ਉਲਟੀ ਵਾੜ ਖੇਤ ਨੂੰ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਉਲਟੀ ਵਾੜ ਖੇਤ ਨੂੰ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਉਲਟੀ ਵਾੜ ਖੇਤ ਨੂੰ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਉਲਟੀ ਵਾੜ ਖੇਤ ਨੂੰ ਖਾਵੇ, ਰਾਜੇ ਪਾਪ। ਵਾਹਿਗੁਰੂ। ਉਲਟੀ ਵਾਰ ਖੇਤ ਨੂੰ ਖਾਵੇ, ਰਾਜੇ ਪਾਪ ਕਮਾਉਂਦੇ ਨੇ। ਇਹੋ ਜਿਹਾ ਜਦੋਂ ਸਮਾਂ ਚੱਲ ਰਿਹਾ ਸੀ, ਫਿਰ ਗੁਰੂ ਪਿਆਰਿਓ, ਧਰਤੀ ਤੇ ਇੰਨੇ ਪਾਪ ਹੁੰਦੇ ਹੋਣ
ਧਰਤੀ ਫਿਰ ਕੀ ਕਰੂ? ਆਪੇ ਸੋਚੋ, ਧਰਤੀ ਨੇ ਰੋਣਾ ਹੀ ਆ, ਫਿਰ ਧਰਤੀ ਨੇ ਪੁਕਾਰਾਂ ਹੀ ਕਰਨੀਆਂ ਨੇ। ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਆ ਬਚਨ ਅੱਗੇ ਕਰਦੇ ਨੇ, ਕਹਿੰਦੇ ਫਿਰ ਧਰਤੀ ਪਰਮੇਸ਼ਰ ਦੇ ਦਰ ਅੱਗੇ ਫਰਿਆਦੀ ਹੋ ਗਈ। ਧਰਤੀ ਨੇ ਪੁਕਾਰ ਕੀਤੀ, ਉਹ ਪੁਕਾਰ ਪਰਮੇਸ਼ਰ ਦੇ ਦਰ ਤੇ ਸੁਣੀ ਗਈ। ਜਦੋਂ ਪੁਕਾਰ ਸੁਣੀ ਗਈ ਫਿਰ ਕੀ ਹੋਇਆ? ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਹਿ ਪਠਾਇਆ। ਚਰਨ ਧੋਏ ਰਹਿ ਰਾਸ ਕਰ, ਚਰਨਾਮਿਤ ਸਿੱਖਾਂ ਪਿਲਾਇਆ। ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ। ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ। ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਉਲਟਾ ਖੇਲ ਪਰਮ ਦਾ ਪੈਰਾਂ ਉੱਪਰ ਸੀਸ ਨਵਾਇਆ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਕਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪੁਕਾਰਾਂ ਸੁਣੀਆਂ ਗਈਆਂ ਭਾਈ, ਫਿਰ ਗੁਰੂ ਨਾਨਕ ਸਾਹਿਬ ਕਾਹਦੇ ਵਾਸਤੇ ਆਏ? ਇੱਕੋ ਇੱਕ ਮਨੋਰਥ ਸੀ, ਕਿਹੜਾ? ਆਇਆ ਬਾਬਾ ਨਾਨਕ ਜਗ ਤਾਰਨੇ ਨੂੰ। ਆਇਆ ਬਾਬਾ ਨਾਨਕ ਜਗ ਤਾਰਨੇ ਨੂੰ। ਆਇਆ ਬਾਬਾ ਨਾਨਕ ਜਗ ਤਾਰਨੇ ਨੂੰ। ਆਇਆ ਬਾਬਾ ਨਾਨਕ ਜਗ ਤਾਰਨੇ